अस्सलाम वालेकुम जी। पब्लिक की आवाज़ के साथ मैं हूं आपका मेज़बान आदिल मुनीर। तो पब्लिक की आवाज़ का मतलब कि पब्लिक की डिमांड। तो आज हम जी पब्लिक की डिमांड पर आए हैं। रेहान मलिक जो कि सियालकोट के नहीं जी, बल्कि पूरे पाकिस्तान के भी नहीं जी, बल्कि ऑल वर्ल्ड के ब्रांड हैं। रेहान मलिक साहब से आज बात करेंगे। आज उनसे पूछेंगे हम कि ज़ीरो से हीरो का सफ़र कैसे तय किया। अस्सलाम वालेकुम जी। भाई साहब, रेहान भाई कैसे हैं? अल्लाह का शुक्र है, ठीक है। आप सुनाए। जी अल्हम्दुलिल्लाह। रेहान भाई वैसे तो आज जो है ना, आप किसी तारफ के मोहताज नहीं है। दुनिया ये जानना चाहती है कि आपका जीरो से हीरो का सफर कैसे तय हुआ। सबसे पहले आप ये बताएं मैं कैसा लग रहा हूँ। माशाल्लाह जी। मैं कैसा लग रहा आप ठीक ही लग रहे हैं, मेरा बताएं ना। मैंने हूँ? पहले जब आप पूछा। मेरे साथ बैठे हैं तो आप यकीनन अच्छे लग रहे होंगे। क्या ही बात है जी। असल ब्रांड साहब तो ये है जी। अच्छा जी, ब्रांड साहब सवाल आपने पूछ लिया है। अब देखें जी, पंजाबी में या उर्दू में? जैसे आपकी तमन्ना है। आपको क्या लगता है कि आपके जो देखो फैंस जी, हैं, आपके भाई हैं, वो पंजाबी मेरी हैं ना, मैं ज्यादातर पंजाबी बोलता हूँ। उर्दू में मेरा थोड़ा हाथ टाइट है। तो क्यों ना आप अपना कल्चर आगे हाँ जी, लेके मेरा चले। कल्चर, मैं पंजाब दा वा ते पंजाबी जेड़ा ना मेरे लिए जरूरी है। ਉਹਦਾ रीजन है कि मैं पिंड चों आया वा ते ये भी पिंड च रह रहा वा ते रहना मैं पिंड च, मेरी जिंदगी भी पिंड च गुजरनी है। जिंदगी मौत ਇੱਥੇ ਹੀ है। अच्छा जी, ਹੁਣ ਤੁਸੀਂ ਬੋਲੋ ਕੀ ਬੋਲ ਰਹੇ ਸੀ ਦੁਬਾਰਾ। ਅਸੀਂ ਜ਼ੀਰੋ ਤੋਂ ਹੀਰੋ ਦਾ ਸਫਰ ਕਿਸ ਤਰ੍ਹਾਂ ਤੈਅ ਕੀਤਾ। ਹੀਰੋ ਤੇ ਹੀਰੋ ਨੂੰ ਜਨਾਬ ਹੁਣ ਪੂਰੀ ਮੈਂ ਤੁਹਾਨੂੰ ਡਿਟੇਲ ਤੇ ਨਹੀਂ ਦੱਸ ਸਕਦਾ, ਲੇਕਿਨ 2001-2 ਚ ਪਿੰਡ ਲੀਵ ਕੀਤਾ ਸੀ। ਉਦੋਂ ਪਹਿਲੇ ਦੀ ਹਿਸਟਰੀ ਮੈਂ ਨਹੀਂ ਸੁਣਾ ਸਕਦਾ, ਉਹ ਸਾਡੀ ਪਰਸਨਲ ਹੈ। ਉਹ ਸਾਨੂੰ ਅਲਾਓ ਵੀ ਨਹੀਂ ਕਿ ਪਬਲਿਕ ਦੇ ਵਿੱਚ ਅਸੀਂ ਤੁਹਾਨੂੰ ਸੁਣਾਈਏ। 2001-2 ਦੇ ਵਿੱਚ ਅਸੀਂ ਪਿੰਡ ਲੀਵ ਕੀਤਾ ਸੀ ਤੇ ਜਨਾਬ ਅਸੀਂ ਸ਼ਹਿਰ ਦੇ ਵਿੱਚ ਇਸ ਏਰੀਏ 'ਚ ਐਂਟਰ ਹੋਏ ਸਾਂ ਕਿ ਨਜ਼ਦੀਕ ਸ਼ਹਿਰ ਪੈਂਦਾ। ਉਹਦਾ ਰੀਜ਼ਨ ਇਹ ਸੀ ਕਿ ਸਾਡੇ ਵਾਲਦ ਸਾਹਿਬ ਨਾ, ਉਹਨਾਂ ਅਸੀਂ 6 ਭਾਈ ਸਾਂ ਤੇ 3 ਸਾਡੀਆਂ ਸਿਸਟਰਾਂ। ਹੁਣ ਇੰਨੀ ਔਲਾਦ ਨੂੰ ਪਿੰਡ ਦੇ ਵਿੱਚ ਕਾਮਯਾਬ ਕਰਨਾ ਪੋਸੀਬਲ ਹੀ ਨਹੀਂ। ਉਹ ਵੀ ਸਾਡਾ ਜਨਾਬ ਜ਼ੀਰੋ ਲਾਈਨ ਬਾਰਡਰ। ਪਿੰਡ ਨੂੰ ਲੀਵ ਕਰਕੇ ਅਸੀਂ ਜਨਾਬ ਸ਼ਹਿਰ 'ਚ ਆਏ। ਇੱਥੇ ਆ ਕੇ ਜਨਾਬ ਅਸਾਂ ਛੋਟਾ ਮੋਟਾ ਕੋਈ ਕੰਮ ਜਨਾਬ ਕਿਰਾਏ ਦੀ ਦੁਕਾਨ ਲੈ ਕੇ ਨਾ, ਉਹਦੇ ਵਿੱਚ ਕੋਈ ਬਰਤਨ, ਗਾਰਮੈਂਟ, ਸ਼ੂਜ਼, ਛੋਟਾ ਮੋਟਾ ਕਰੈਕਰੀ ਦਾ ਸਮਾਨ ਜਿਹੜਾ ਨਾ ਛੋਟਾ ਮੋਟਾ ਸਟਾਰਟ ਕੀਤਾ ਮੇਰੇ ਵਾਲਾ ਸਾਹਿਬ ਨੇ। ਮੈਂ ਤਾਂ ਛੋਟਾ ਹੀ ਤਕਰੀਬਨ ਕਹਿ ਲਓ ਕਿ ਸਕੂਲ ਦੇ ਵਿੱਚ ਇੱਥੇ ਦਾਖਲਾ ਲਿਆ ਸੀ। ਕਿ ਕੱਚੀ ਪੱਕੀ ਕਲਾਸ ਜਿਹੜੀ ਹੁੰਦੀ ਹੈ, ਹਾਂ ਪੱਕੀ ਕਲਾਸ ਵਾਲੀ। ਹਾਂਜੀ, ਪੱਕੀ ਕਲਾਸ ਦੇ ਵਿੱਚ ਜਨਾਬ ਪਹਿਲੀ ਪੱਕੀ। ਉਹ ਜਨਾਬ ਦਾਖਲਾ ਦੂਖਲਾ ਲਿਆ। ਖੈਰ ਪੜ੍ਹਦੇ ਰਹੇ। ਵਾਲਦ ਸਾਹਿਬ ਉੱਥੇ ਜਨਾਬ ਮਿਹਨਤ ਕਰਦੇ ਰਹੇ, ਨਾਲ ਵੱਡੇ ਭਾਈ ਕਰਦੇ ਰਹੇ। ਵੱਡੇ ਭਾਈਆਂ ਨੇ ਵੀ ਬੜੀ ਮਿਹਨਤ ਕੀਤੀ, ਲੇਕਿਨ ਇਹ ਹੈ ਕਿ ਕਿਸੇ ਦਾ ਜਾ ਕੇ ਬੂਹਾ ਨਹੀਂ ਖੜਕਾਇਆ। ਠੀਕ ਹੈ, ਪਿੰਡ 'ਚ ਜ਼ਮੀਨ ਭਾਂਡਾ ਹੈ ਸੀ, ਲੇਕਿਨ ਉਹਨੂੰ ਛੇੜਿਆ ਤੱਕ ਨਹੀਂ। ਕਹਿੰਦੇ ਨੇ ਕਿ ਜਦੋਂ ਕਾਮਯਾਬ ਹੋਣਾ ਤੇ ਆਪਣੇ ਪੁਰਖਾਂ ਦੀ ਚੀਜ਼ ਨੂੰ ਸੰਭਾਲ ਕੇ ਰੱਖਣਾ ਤੇ ਕੋਸ਼ਿਸ਼ ਕਰਨੀ ਕਿ ਤੁਹਾਡੇ ਵਿੱਚ ਇੰਨੀ ਹਿੰਮਤ ਹੋਏ ਕਿ ਤੁਸੀਂ ਅੱਗੇ ਵਧੋ। ਹੁਣ ਜਨਾਬ ਜਦੋਂ ਥੋੜੀ ਜਿਹੀ ਹੋਸ਼ ਫੜੀ ਹੈ ਜਨਾਬ ਸਾਰਿਆਂ ਨੇ, ਵੱਡੇ ਭਾਈ ਦੇ ਅੱਗੇ ਮਾਸ਼ਾਅੱਲਾ ਮਿਹਨਤੀ ਸਨ। ਉਹ ਜਦੋਂ ਥੋੜੀ ਜਿਹੀ ਹੋਸ਼ ਫੜੀ ਹੈ ਜਨਾਬ, ਮੈਂ ਵੀ ਨਾਲ ਰਲਿਆ ਵਾਂ। ਸਕੂਲ ਵੀ ਜਾਈਦਾ ਸੀ, ਸਕੂਲ ਤੋਂ ਆ ਕੇ ਨਾਲ ਵਾਲਾ ਸਾਹਿਬ ਨਾਲ ਕੰਮ ਕਰੀਦਾ ਸੀ ਦੁਕਾਨ ਦੇ ਉੱਤੇ। ਸ਼ੌਕ ਸੀ ਨਾ, ਪੈਸੇ ਦਾ ਸ਼ੌਕ ਪੈ ਗਿਆ ਜ਼ਿੰਦਗੀ ਦੇ ਵਿੱਚ। ਐਵੇਂ ਹੀ ਰੱਖਿਆ ਸੀ ਕਿ ਪੈਸਾ ਕਮਾਉਣਾ ਸੀ। ਉਹ ਜਦੋਂ ਫਿਰ ਰੋਡ ਦੇ ਉੱਤੇ ਨਿਕਲਿਆ, ਤੁਹਾਨੂੰ ਦੱਸਿਆ ਨਾ ਕਿ ਗੱਡੀਆਂ ਗੁੱਡੀਆਂ ਲੰਘਣੀਆਂ, ਉਹ ਦੁਕਾਨ ਦੇ ਬਾਹਰ ਮੈਂ ਕਦੀ ਬੈਠਿਆ ਹੋਣਾ ਤੇ ਮੈਂ ਕਹਿਣਾ ਯਾਰ, ਆਪਣੇ ਵਰਕਰ ਹੁੰਦੇ ਹਨ ਯਾਰ ਨੇ, ਇਹ ਵੀ ਮੇਰੇ ਨਾਲ ਨੇ ਬਚਪਨ ਦੇ ਨਾ, ਤੇ ਉਹ ਕੰਮ ਵੀ ਨਾਲ ਕਰਦੇ ਸਾਂ ਸਾਡੀ ਦੁਕਾਨ ਦੇ ਉੱਤੇ। ਉਹ ਜਨਾਬ ਉਹ ਜਦੋਂ ਬੈਠਿਆ ਹੋਣਾ ਕਰਨਾ ਤੇ ਉਹਨਾਂ ਨੂੰ ਕਹਿਣਾ ਕਰਨਾ ਕਿ ਇੱਕ ਦਿਨ ਆਣਾ ਤੁਹਾਡੇ ਭਰਾ ਨੇ ਗੱਡੀਆਂ ਦੇ ਉੱਤੇ ਫਿਰਨਾ ਹੈ ਜਨਾਬ, ਆਉਂ ਕਰਕੇ ਨਾ। ਤੇ ਮੈਂ ਕਿਹਾ ਇੱਕ ਦਿਨ ਆਣਾ ਤੁਹਾਡੇ ਭਰਾ ਨੇ ਇਹ ਜਨਾਬ ਸਟਾਈਲ ਮਾਰਨਾ। ਤੁਹਾਨੂੰ ਪਤਾ ਅਕਸਰ ਮੁੰਡੇ ਇੰਝ ਕਹਿੰਦੇ ਕਿ ਇੰਝ ਕਰਕੇ ਮੈਂ ਗੱਡੀ ਘਮਾਣੀ ਹੈ। ਮੈਂ ਕਹਿਣਾ ਜੀ ਇੰਝ ਮੈਂ ਸਟਾਈਲ ਮਾਰਨਾ ਤੇ ਤੁਸੀਂ ਕਹਿਣਾ ਮਲਕ ਸਾਹਿਬ ਕੀ ਹਾਲ ਹੈ। ਤੇ ਉਹ ਪਤਾ ਕੀ ਕਹਿੰਦੇ ਹੁੰਦੇ, ਮਜ਼ਾਕ ਕਰਦੇ ਆ, ਆਂਦਾ ਆਹੋ ਤੂੰ ਇੰਝ ਕਰਕੇ ਕਿਹਦੀ ਗੱਡੀ ਸਾਫ਼ ਕਰਦੇ ਆ। ਕਹਿਣਾ ਮਲਕ ਸਾਹਿਬ ਤੇਰਾ ਸਹੀ ਤਰ੍ਹਾਂ ਸਾਫ਼ ਕਰ ਲਈ। बड़ी पॉइंट की बात है जी ये। ਤੇ ਉਹ ਨਾ ਵਕਤ ਗੁਜ਼ਰਦਾ ਗਿਆ ਜਨਾਬ। ਕੰਮ ਚਲੋ ਇੱਥੇ ਵੀ ਅੱਲਾ ਨੇ ਚੰਗਾ ਚਲਾਤਾ। ਸਨ 2006-7 ਦੇ ਵਿੱਚ ਸਾਡਾ ਵੱਡਾ ਭਾਈ ਅਮਰ ਸ਼ਾਹ ਬਾਹਰ ਚਲਾ ਗਿਆ। ਫਿਰ ਜਨਾਬ 2000 ਤਕਰੀਬਨ 8-10 ਦੇ ਵਿੱਚ ਮਲਕ ਸ਼ਾਹ ਸਾਹਿਬ ਚਲੇ ਗਏ ਬਾਹਰ। ਉੱਥੇ ਕੰਮ ਕਰਨ ਲੱਗ ਪਏ। ਮੈਂ ਤਕਰੀਬਨ 8ਵੀਂ ਦੇ ਪੇਪਰ ਦੇਣੇ ਹਨ, ਉਹ ਦਿੱਤੇ ਜਨਾਬ। 8ਵੀਂ ਫੇਲ ਹੋ ਗਏ ਜਨਾਬ। ਚੁੱਪ। ਮੈਂ ਕਿਹਾ ਜੀ ਮੈਂ ਨਹੀਂ ਪੜ੍ਹਨਾ। ਉਹ ਦੁਕਾਨ ਤੇ ਕੰਮ ਕਾਜ ਕਰਨ ਲੱਗ ਪਏ। ਆ ਕਿਆ ਪੜ੍ਹ ਕੇ ਕਰਨਾ ਭਾਜੀ, ਪੈਸਾ ਕਮਾਉਂਦੇ ਆ। ਅੱਬੂ ਨੂੰ ਮੈਂ ਕਿਹਾ ਜੀ ਬੱਬੂ ਜੀ ਮੈਂ ਤੁਹਾਡੇ ਨਾਲ ਦੁਕਾਨ ਦੇ ਉੱਤੇ ਜਿਹੜਾ ਕੰਮ ਸ਼ਮ ਕਰਨਾ। ਉਹ ਕੰਮ ਸ਼ਮ ਕਰਨ ਲੱਗ ਪਏ 2013-14 ਦੇ ਵਿੱਚ। ਖੈਰ ਇੰਨੀ ਏਜ ਤੇ ਨਹੀਂ ਸੀ, ਲੇਕਿਨ ਇੱਕ ਸਿਸਟਮ ਸੀ, ਉਹਨੂੰ ਘਰ ਕਰਾ ਕੇ ਜਿਹੜਾ ਨਾ ਬਾਹਰ ਦਾ ਵੀਜ਼ਾ ਲਵਾ ਲਓ ਕਿ ਆਪੀ ਵੀ ਬਾਹਰ ਟੁਰ ਗਏ। ਪਿੱਛੇ ਹੁਣ ਦੁਕਾਨ ਵਾਲਾ ਸਾਹਿਬ ਜਨਾਬ ਸੰਭਾਲਦੇ ਸਨ, ਨਾਲ ਛੋਟਾ ਭਾਈਆ ਸੀ। ਉਹ ਜਦੋਂ ਅਸੀਂ ਸੋਧੀਆ ਗਏ ਨਾ ਤਾਂ ਉਸਾਂ ਉੱਥੇ ਪਹਿਲੇ ਭਾਈਆ ਕਰਦਾ ਸੀ ਸਾਡੇ ਜੀਜੇ ਦੇ ਕੋਲ ਨਾ ਕੰਮ, ਬਰਗਰਾਂ ਦੀ ਦੁਕਾਨ ਦਾ। ਉੱਥੇ ਸਾਡਾ ਇੱਕ ਸੋਧੀ ਆਇਆ ਜਨਾਬ, ਤੇ ਉਹਨੇ ਬਰਗਰ ਸ਼ਰਗਰ ਖਾਧਾ। ਉਹਨੇ ਕਹਿੰਦੀ ਬਾਬਾ ਇੱਕ ਟੇਸਟੀ ਮਾਹੌਲ ਹੈ ਤੇ ਕੀ ਕਰਦੇ ਕਰਾਉਂਦੇ ਹੋ, ਕਿਸ ਤਰ੍ਹਾਂ ਬਣਦਾ, ਕੀ ਖਰਚਾ, ਸਾਰਾ ਐਸਟੀਮੇਟ ਲਾ ਕੇ ਉਹਦੇ ਨਾਲ ਜਨਾਬ ਗੱਲਬਾਤ ਕਰਕੇ ਨਾ ਉੱਥੇ ਜਨਾਬ ਇੱਕ ਦੁਕਾਨ ਬਣਾਈ। ਉਸੇ ਦੁਕਾਨ ਦੇ ਵੀਜ਼ੇ ਤੇ ਮੈਂ ਗਿਆ ਸਾਂ। 2014 ਦੀ ਗੱਲ ਹੈ, ਠੀਕ ਹੈ। ਉੱਥੇ ਗਏ ਆ ਜਨਾਬ, ਤੇ ਉਹਦੀ ਕਿੰਨੀ ਸੇਲ ਹੋਣੀ ਇੱਕ ਦਿਨ ਦੀ ਭਲਾ।
ਇੱਕ ਦਿਨ ਦੀ ਸੇਲ ਜਿਹੜੀ ਏ ਉਹ ਭਾਜੀ ਨਾਰਮਲ ਅਗਰ ਸੇਲ ਹੋਏ ਨਾ ਪ੍ਰੋਫਿਟ ਦੇ ਲਿਹਾਜ਼ ਨਾਲ, ਤੇ ਉਹ ਤੁਹਾਡੀ 버ਗਰ ਸ਼ਾਪ ਦੇ ਵਿੱਚ ਜਿਹੜਾ ਨਾ 2000 1500 2500 ਨਾਰਮਲ ਪ੍ਰੋਫਿਟ ਤੁਹਾਨੂੰ ਅਗਰ ਤੁਸੀਂ ਚਾਹੁੰਦੇ ਹੋ ਮਹੀਨੇ ਦੇ ਚੰਗੇ ਪੈਸੇ ਨਿਕਲਾਉਣ, ਘਰ ਦਾ ਖਰਚਾ ਇੰਨੀ ਹੋਣੀ ਚਾਹੀਦੀ। ਸਾਡੀ ਕਿੰਨੀ ਸੀ 250 200, ਉਹਦੇ ਵਿੱਚ ਜਨਾਬ ਸਾਡਾ ਘਰ ਦਾ ਖਰਚਾ ਵੀ ਨਹੀਂ ਨਿਕਲਦਾ। ਉਹ ਤੇ ਜਨਾਬ ਹੁਣ ਇੱਥੇ ਜਿਹੜੀ ਦੁਕਾਨ ਸੀ ਉੱਥੇ ਵਾਲਾ ਸਾਹਿਬ ਤੇ ਜੋ ਘਰ ਦਾ ਚਲਾ ਲੈਂਦੇ ਸਨ, ਹੁਣ ਉੱਥੇ ਜਨਾਬ ਇੰਝ ਹੋਣ ਲੱਗ ਪਿਆ ਜਨਾਬ ਪੜ ਰੱਬ ਕੋ ਦੁਆਵਾਂ ਮੰਗੀ ਦੀਆਂ ਕਿ ਯਾ ਅੱਲਾ ਕਸਟਮਰ ਘਰ ਦੇ, ਯਾ ਅੱਲਾ ਕੋ ਕਸਟਮਰ, ਯਾ ਅੱਲਾ ਸੁੱਟ ਮੈਨੂ ਜਨਾਬ ਸਾਰੀ ਰਾਤ ਜਨਾਬ ਬਹਿ ਰਹਿਣਾ ਤੇ ਉਦੋਂ ਅੱਲਾ ਦੇ ਅੱਗੇ ਜ਼ਿਕਰ ਹੀ ਕਰਦਿਆਂ ਰਹਿਣਾ। ਦੇਖੋ ਰਿਜ਼ਕ ਦੀ ਇੰਨੀ ਕਿ ਇਨਸਾਨ ਨੂੰ ਫਿਕਰ ਹੁੰਦੀ ਹੈ ਆਪਣੀ ਕਾਮਯਾਬੀ ਦੀ, ਕਿ ਉਹ ਆਪਣੀ ਜਦੋਂ ਉਹਦੇ ਉੱਤੇ ਮੁਸ਼ਕਿਲ ਵਕਤ ਬਣਦਾ ਹੈ ਉਹ ਆਪਣੇ ਰੱਬ ਨੂੰ ਯਾਦ ਕਰਦਾ, ਤੇ ਮਹਾ ਜਦੋਂ ਵੀ ਯਾਦ ਕੀਤਾ ਆਪਣੇ ਰੱਬ ਨੂੰ ਯਾਦ ਕੀਤਾ, ਕਦੀ ਜਾ ਕੇ ਕਿਸੇ ਦਾ ਬੂਹਾ ਨਹੀਂ ਖੜਕਾਇਆ ਕਿ ਮੇਰੇ ਭਰਾਵਾ तेरी मेहरबानी सानू इन्ने वधार दे, सानू इन्ने वधार दे। ये जी बहुत अच्छा एक पैगाम है कि अगर आप पे कभी कोई मुश्किल आन बनती है तो बजाय कि अपने इर्द गिर्द का दरवाजा खटखटाने के अपने अल्लाह का दरवाजा, अपने रब का दरवाजा खटखटाएं और उनके सामने गिरा कर दुआ करें, इबादत करें, नमाज पढ़ें, तो अल्लाह आपको सब इनायत करेगा। जी देखें जी, देखो नमाज पढ़ना, नमाज पढ़ के दिल च खोड़ रखनी भी जो ना बेहतर नहीं होंगी, साफ दिल होना भी बहुत जरूरी है। जिहदे विच तुहाडे लई मैं अगे गल कीती है, इंसान ने अगर कामयाब होना है तो अपने रब नूं राजी करो। रब राजी हुंदा है जदों तुसीं किसी बंदे नूं राजी करदे हो, ठीक है। तुहाडी जेब च अगर 10 रुपए ने तो कोशिश करो 1 रुपया किसी माड़े बंदे दी तली ते रख दवो, क्योंकि अल्लाह राजी होएगी तुहानूं ज़्यादा अता करेगी, ठीक है। ਉਹ ਜਨਾਬ ਕਰਦਿਆਂ ਕਰਾਂਦਿਆਂ ਨਾ ਸਾਡਾ ਸੌਦੀਆ ਦੇ ਵਿੱਚ ਅਸੀਂ ਪੈਸਾ ਥੋੜਾ ਜਿਹਾ ਜੋੜ ਜੜਾ ਕੇ ਇੱਥੇ ਨਹੀਂ ਘੱਲੀ, ਉੱਥੇ ਜੋੜ ਜੜਾ ਕੇ ਇੱਕ ਹੋਰ ਸ਼ਾਪ ਲੱਭੀ, ਉਹ ਜਨਾਬ ਅਸੀਂ ਜੋ ਖੋਲੀ ਨਾ ਤੇ ਦੁਆਵਾਂ ਅਸਰ ਕਰ ਗਈਆਂ। ਉਹ ਪਹਿਲੇ ਦਿਨ ਹੀ ਜਨਾਬ 2-3 ਹਜ਼ਾਰ ਰਿਆਲ ਡੇਲੀ ਦੀ ਸੇਲ ਕਰਨ ਲੱਗ ਪਏ, ਯੋਮੀਆਂ ਮਾਸ਼ਾਅੱਲਾ ਪਰ ਡੇ ਦੀ 2-3 ਹਜ਼ਾਰ 3 ਹਜ਼ਾਰ ਸੇਲ ਕਰਨ ਲੱਗ ਪਏ। ਉਹਦੇ ਤੋਂ ਅੱਗੇ ਤੀਜੀ ਦੁਕਾਨ ਖੋਲੀ, ਉਹ ਜਨਾਬ ਦਿਨ ਦੀ 6000 ਸੇਲ ਕਰਨ ਲੱਗ ਪਏ। ਇੰਜ ਹੀ ਕਰਦਿਆਂ ਕਰਾਂਦਿਆਂ ਅੱਲਾ ਦੀ ਮਿਹਰਬਾਨੀ ਨਾਲ ਅੱਜ ਜਿਹੜਾ ਨਾ ਅਲਹਮਦੁਲਿਲਾ ਐਸੇ ਏਰੀਏ ਦੇ ਵਿੱਚ ਅੱਲਾ ਦਾ ਲੱਖ ਲੱਖ ਸ਼ੁਕਰ ਹੈ ਕਿ ਸਾਡੇ ਕੋਲ ਅਸਾਸੇ ਵੀ ਅਲਹਮਦੁਲਿਲਾ ਸਭ ਤੋਂ ਹੈਵੀ ਨੇ, ਸਾਡੇ ਕੋਲ ਕਲੈਕਸ਼ਨ ਵੀ ਸਭ ਤੋਂ ਹੈਵੀ ਹੈ। ਸਾਡਾ ਘਰ ਵੇਖੋ, ਸਾਡਾ ਡੇਰਾ ਹੈ ਮਾਸ਼ਾਅੱਲਾ। ਤੇ ਇਹ ਕੋਈ ਜਨਾਬ ਅਸੀਂ ਕਿਸੇ ਦੇ ਕੋਈ ਕਦਮ ਚੁੱਕ ਕੇ ਚੁੰਮ ਕੇ ਜਾਂ ਕਿਸੇ ਦੀ ਜਨਾਬ ਤਰਲੇ ਮਿੰਤਾਂ ਕਹਿੰਦੇ ਨਾ ਪੰਜਾਬੀ ਬੜਾ ਬੈਡ ਵਰਡ ਮੈਂ ਲੈਣਾ ਨਹੀਂ ਚਾਹ ਰਿਹਾ, ਕਿਸੇ ਦਾ ਜਨਾਬ ਕਿਸੇ ਦੀ टीसी करके नहीं आए, बस ऐ समझो टीसी करके नहीं आए, अपने रब अगे सिर सुटिया सी ते रब अगे दुआ कीती सी, रब ने सुनी। 2002 तो लैके 2015-16 तक असी रेंट दे मकाना च रहिंदे रहे पाकिस्तान च। हुण बहुत सारे लोग कहणगे कि रेंट दे मकाना च रहिंदे रहे ने, पिछे इन्हां दा घर बुआ नहीं है, साडा घर बुआ है सी, पर इत्थों किहड़ा घर बुए च डेली ओ जीरो लाइन ते जाए, वो भी साडा मौजूद है, ठीक है। अज मेरा प्लान सी कि मैं तुहानूं उत्थे खड़दा, मैं तुहानूं आंदा ਉੱਥੇ ਮੇਰੇ ਚਾਚੇ ਦਾ ਵੀ ਫਾਰਮ ਹਾਊਸ ਹੈ ਤੇ ਉਸ ਪੂਰੇ ਪਿੰਡ ਨੂੰ ਜਿੰਨਾ ਰਾਹ ਲੱਗਦਾ ਮੇਰੇ ਚਾਚੇ ਨੇ ਡਬਲ ਰੋਡ ਬਣਵਾ ਕੇ ਟਫ ਟੈਲ ਲਵਾਈ ਆਪਣੇ ਜੇਬ ਚ। ਵਾਹ, ਠੀਕ ਹੈ। ਮੇਰਾ ਆਵਾਮੀ ਸਹੂਲੀਅਤ, ਸਾਡੀ ਫੈਮਿਲੀ ਜਿਹੜਾ ਨਾ ਅੱਲਾ ਦੀ ਮਿਹਰਬਾਨੀ ਨਾਲ ਬੜੀ ਸੌਖੀ ਹੈ, ਲੇਕਿਨ ਫੈਮਿਲੀ ਦੇ ਰੂਲਸ ਨੇ ਕਿ ਬਈ ਅਗਰ ਫੈਮਿਲੀ ਦੀ ਇੱਕ ਅਗਰ ਚਾਚਾ ਅਮੀਰ ਹੈ ਤੇ ਉਹ ਚਾਚੇ ਨੂੰ ਜਾ ਕੇ ਨਹੀਂ ਕਹਿਣਾ ਕਿ ਚਾਚਾ ਮੈਨੂੰ ਅਮੀਰ ਕਰ, ਚਾਚੇ ਨੇ ਕਹਿਣਾ ਕਿ ਬੇਟਾ ਤੂੰ ਮਿਹਨਤ ਕਰ, ਤੂੰ ਚਾਚੇ ਦੇ ਸਿਰ ਤੇ ਨਹੀਂ ਚੱਲਣਾ, ਤੂੰ ਆਪਣੀ ਖਾਨਦਾਨ ਨੂੰ ਆਪਣੀ ਫੈਮਿਲੀ ਨੂੰ ਖੁਦ ਚਲਾਣਾ। ਹੁਣ ਦੇਖੋ ਜੀ, ਬੰਦਾ ਇੱਕ ਫੈਮਿਲੀ 'ਚ ਮੈਂਬਰ ਅਮੀਰ ਹੋਏ ਤਾਂ ਉਹਦੇ ਸਿਰ ਤੇ ਨਾ ਬਹਿ ਰਵੇ, ਉਹ ਤਾਂ ਤੁਹਾਡੇ ਨਾਲ ਕਰਦਾ, ਇੱਕ ਦਿਨ ਕਰੇ 2 ਦਿਨ ਕਰੇ, ਪਰ ਉਹਨੇ ਸਾਰੀ ਉਮਰ ਤੇ ਨਹੀਂ ਕਰਨਾ। ਲੇਕਿਨ ਫੇਰ ਵੀ ਉਹਨਾਂ ਦਾ ਸਿਖਾਏ ਹੋਏ ਲਫ਼ਜ਼ ਜਿਹੜਾ ਨਾ ਸਾਡੇ ਲਈ ਬੜੇ ਸਿਰ ਅੱਖਾਂ ਤੇ ਨੇ। ਸਾਡੇ ਚਾਚਾ ਜੀ ਦਾ ਕਹਿਣਾ ਹੈ ਕਿ ਬੇਟਾ ਦੇਖੋ ਕਾਮਯਾਬੀ ਲਵੋ, ਜ਼ਿੰਦਗੀ 'ਚ ਕਾਮਯਾਬ ਹੋਵੋ, ਖੁਦ ਸਟੈਂਡ ਲਵੋ, ਕਿਸੇ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ। ਜੇ ਤੁਹਾਡੇ ਕੋਲ ਕਾਮਯਾਬ ਹੋਏਗੀ ਅਸੀਂ ਸਾਰੇ ਬੈਠੇ ਸੋਹਣੇ ਲੱਗਾਂਗੇ। ਯਾਨੀ ਤੁਸੀਂ ਆਪਣੀ ਅੱਖਾਂ ਨਾਲ ਵੇਖਿਆ ਕਿ ਮਿਹਨਤ ਕਰਨ ਦੇ ਨਾਲ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਅੱਲਾਹ ਪਾਕ ਦਿੰਦਾ। ਰਾਤ ਚੁਗਣੀ ਦੇਖੋ, ਮੇਰਾ ਜਿਹੜਾ ਚਾਚਾ ਹੈ ਨਾ ਮਲਕ ਆਰਫ ਉਹਦਾ ਨਾਂ ਹੈ, ਸਿਆਲਕੋਟ ਦੀ ਇੱਕ ਨਾਮੀ ਗ੍ਰਾਮੀ ਸ਼ਖਸੀਅਤ ਹੈ ਤੇ ਅੱਲਾ ਦੀ ਬੜੀ ਰਹਿਮਤ ਹੈ ਉਹਨਾਂ ਦੇ ਉੱਤੇ। ਤੇ ਮੈਂ ਉਹ ਬੜੇ ਸਾਡੇ ਲਈ ਮੋਟੀਵੇਸ਼ਨ ਨੇ, ਕਿਉਂਕਿ ਉਹਨਾਂ ਨੇ ਜਦੋਂ ਉਹਨਾਂ ਕੋਈ ਯੰਗ ਕੋ ਆਂਦਾ ਨਾ ਮੁੰਡਾ ਕਿ ਮੈਂ ਮਤਲਬ ਮੇਰੀ ਮਦਦ ਕਰੋ, ਤਾਂ ਇੱਕ ਹੀ ਗੱਲ ਕਰਦੇ ਨੇ, ਪੁੱਤਰ ਚੱਲ ਜਾ ਕੇ ਕੰਮ ਕਰ, ਮਿਹਨਤ ਕਰ, ਪੈਸਾ ਜੋੜ, ਕਮਾਈ ਕਰ। ਹੈ ਇਹ ਚੀਜ਼ ਮੈਨੂੰ ਬਹੁਤ ਅੱਛੀ ਲੱਗਦੀ ਆ। ਜੇ ਕੋਈ ਮਜ਼ਦੂਰ ਹੈ, ਜੇ ਕੋਈ ਲਾਚਾਰ ਹੈ, ਜਿਹਦੇ ਕੋਲ ਨਹੀਂ ਹੁੰਦਾ, ਜਿਹਦੇ ਕੋਲ ਬਾਹਾਂ ਕੋਈ ਮਸਲਾ, ਉਹ ਸਮਝ ਚ ਆਉਂਦੀ ਹੈ, ਠੀਕ ਹੈ। ਤੇ ਬਾਕੀ ਰਹੀ ਸਾਡੇ ਪੁਰਖਾਂ ਦੀ ਜਿਹੜੀ ਜ਼ਮੀਨ ਹੈ ਨਾ, ਸਾਡੇ ਦਾਦੇ ਦੀ ਉਹਦੇ ਉੱਤੇ ਮੈਂ ਆਪਣਾ ਫਾਰਮ ਹਾਊਸ ਬਣਾਇਆ, ਮੈਂ ਦੇਸੀ ਮਾਹੌਲ ਬਣਾਉਣਾ, ਉਹ ਮੈਂ ਜਗ੍ਹਾ ਜਨਾਬ ਕੋ ਬੜੀ ਬੋਲੀ ਹੈ ਤੇ ਉਹ ਵੀ ਜਿਹੜਾ ਨਾ ਮਾਹੌਲ ਇਨਸ਼ਾਅੱਲਾ ਲਾਈਫ ਟਾਈਮ ਰਹੇਗਾ। ਤੇ ਲੇਕਿਨ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਜਿਹੜਾ ਨਾ ਬੜੇ ਧੱਕੇ ਠੁੱਡੇ ਖਾਦੇ ਨੇ, ਆਪਣੇ ਰੱਬ ਨੂੰ ਯਾਦ ਕਰਕੇ ਨਾ, ਤੇ ਅੱਜ ਇੱਥੋਂ ਤੱਕ ਪਹੁੰਚੇ ਆ। ਤੇ 16 ਨਹੀਂ 12-13 ਸਾਲ ਅਸੀਂ ਇਹ ਰੈਂਟ ਦੇ ਮਕਾਨਾਂ ਦੇ ਉੱਤੇ ਰਹਿੰਦੇ ਰਹੇ ਆ। ਤੇ ਅੱਜ ਅੱਲਾ ਨੇ ਦੇਖੋ, ਘੱਟ ਹੀ ਲੋਕ ਐਸੇ ਹੋਣਗੇ ਜਿਹੜੇ ਤੁਹਾਨੂੰ ਆਪਾਂ ਬੈਕਵਰਡ ਇਸ ਤਰ੍ਹਾਂ ਦੱਸਣਗੇ। ਮੇਰੇ ਦਿਲ ਦੇ ਵਿੱਚ ਸਾਫ਼ ਸੁਥਰਾ ਮਾਹੌਲ ਹੈ, ਮੈਂ ਕਿਸੇ ਕੋ ਵਾਰਡ ਨਹੀਂ ਲੈਣਾ ਜਾਂ ਸੋਸ਼ਲ ਮੀਡੀਆ ਨੇ ਮੇਰਾ ਰਿਜ਼ਕ ਨਹੀਂ ਚਲਾਣਾ।
ਲੇਕਿਨ ਮੈਂ ਯੰਗ ਯੂਥ ਨੂੰ ਮੈਂ ਇਹ ਗੱਲ ਕਹਾਂਗਾ ਕਿ ਜੇ ਅਸੀਂ ਧੱਕੇ ਖਾ ਕੇ ਜੇ ਇੱਥੇ ਪਹੁੰਚੇ ਆ ਨਾ ਤਾਂ ਤੁਸੀਂ ਵੀ ਥੋੜੇ ਜਿਹੇ ਧੱਕੇ ਖਾ ਕੇ ਸਾਡੇ ਤੋਂ ਉੱਤੇ ਜਾ ਸਕਦੇ ਹੋ, ਤੇ ਸਾਡੇ ਤੋਂ ਉੱਤੇ ਜਾਓ ਤੇ ਆਪਣੇ ਮਾਪਿਓ ਦਾ, ਆਪਣੀ ਜਿਹੜੀ ਨਸਲ ਹੈ ਉਹਨਾਂ ਦਾ ਨਾਮ ਰੋਸ਼ਨ ਕਰੋ। रेहान भाई एक लास्ट और छोटा ਜਿਹਾ ਸਵਾਲ ਹੈ, ਜਿਸ ਤਰ੍ਹਾਂ ਅੱਜ ਯੂਟਿਊਬਰ ਦੀਗਰ ਜਿਹੜੇ ਟਿਕਟਾਕਰ ਨੇ ਜਾਂ ਯੂਟਿਊਬਰ ਨੇ ਆਪਣੀਆਂ ਫੈਮਲੀਆਂ ਨੂੰ ਯਾਨੀ ਫੇਮ ਲੈਣ ਵਾਸਤੇ ਆਪਣੀਆਂ ਫੈਮਲੀਆਂ ਸਾਹਮਣੇ ਲਿਆ ਕੇ ਕਿਹਾ ਗੈਰ ਮੁਨਾਸਿਬ ਨਹੀਂ ਹੈ? ਪਹਿਲੀ ਗੱਲ ਮੈਂ ਗੱਲ ਕੀਤੀ ਸੋਸ਼ਲ ਮੀਡੀਆ ਦੇ ਉੱਤੇ ਕਿ ਬਗੈਰਤ ਬੰਦੇ ਦੀ ਇੱਜ਼ਤ ਵੱਧ ਜਾਏਗੀ, ਚੰਗੇ ਬੰਦੇ ਦੀ ਇੱਜ਼ਤ ਘਟ ਜਾਏਗੀ, ਤੇ ਬਹੁਤ ਸਾਰੇ ਐਸੇ ਚੰਗੇ ਬੰਦੇ ਹੋਣਗੇ ਜਿਹੜੇ ਬਗੈਰਤਾਂ ਨਾਲ ਲੱਗ ਕੇ ਬਗੈਰਤੀ ਨੂੰ ਪ੍ਰਮੋਟ ਕਰਨਗੇ, ਤੇ ਉਹ ਐ ਸਮਝਣਗੇ ਨਹੀਂ ਜੀ ਅਸੀਂ ਇੱਜ਼ਤਮੰਦ ਲੋਕ ਆ। ਲੇਕਿਨ ਬਾਅਦ ਮੈਂ ਐਸਾ ਬੰਦਾ ਹੋਵਾਂਗਾ, ਇਹ ਮੈਂ ਰਿਕਾਰਡ ਕਰ ਲਓ ਕਿ ਜਿਹੜਾ ਕਦੀ ਵੀ ਆਪਣੇ ਫੇਮ ਦੇ ਚੱਕਰ 'ਚ ਬਗੈਰਤੀ ਨੂੰ ਪ੍ਰਮੋਟ ਨਹੀਂ ਕਰਾਂਗਾ। ਰਹੀ ਗੱਲ ਆ ਦੂਸਰੇ ਜਿਹੜੇ ਆ ਇਹਨਾਂ ਨੂੰ ਕੀ ਕਹਿੰਦੇ ਹੋ ਤੁਸੀਂ, ਇਹ ਜਿਹੜੇ ਵਹਾਉਂਦੇ ਨੇ ਬੁੱਢੀਆਂ ਛੁੱਡੀਆਂ, ਇਹਨਾਂ ਨੂੰ ਇੱਕ ਫੇਮ ਲੈਣ ਵਾਸਤੇ ਜਿਹੜਾ ਹੈ ਨਾ ਇਹਨਾਂ ਨੂੰ ਫੈਮਿਲੀ ਬਿਜ਼ਨਸਮੈਨ ਕਹਿੰਦੇ। ਜਦੋਂ ਵੀ ਕਿਸੇ ਇੰਟਰਵਿਊ 'ਚ ਪੁੱਛਣਾ ਫੈਮਿਲੀ ਬਿਜ਼ਨਸਮੈਨ ਅਨਾਉਂਸ ਨੇਮ ਬਾਈ ਰੇਹਾਨ ਮਲਿਕ, ਇਹ ਨਾ ਮੇਰਾ ਦਿੱਤਾ ਹੋਇਆ ਤਾਂ ਸੋਸ਼ਲ ਮੀਡੀਆ ਦੇ ਉੱਤੇ ਫੈਮਿਲੀ ਬਿਜ਼ਨਸਮੈਨ ਜਿੱਥੇ ਤੁਸੀਂ ਲਵੋਗੇ ਨਾ ਹਰ ਕਿਸੇ ਨੂੰ ਪਤਾ ਲੱਗ ਜਾਏਗਾ ਕਿ ਇਹ ਨਾਂ ਕਿਹਨਾਂ ਲਈ ਯੂਜ਼ ਹੁੰਦਾ ਹੈ, ਇਹਨਾਂ ਲੋਕਾਂ ਲਈ ਯੂਜ਼ ਹੁੰਦਾ ਹੈ। ਮੈਂ ਇਹਨਾਂ ਨੂੰ ਫੈਮਿਲੀ ਬਿਜ਼ਨਸਮੈਨ ਨਾਂ ਕਿਉਂ ਦਿੱਤਾ ਹੈ? ਕਿਉਂਕਿ ਆਪਣੀ ਫੈਮਿਲੀ ਨੂੰ ਵਹਾ ਕੇ ਬਿਜ਼ਨਸ ਕਰ ਰਹੇ ਨੇ, ਆਪਣੀਆਂ ਮਾਵਾਂ, ਆਪਣੀਆਂ ਭੈਣਾਂ, ਆਪਣੀਆਂ ਬੁੱਢੀਆਂ ਨੂੰ। ਤੇ ਕਿਸਾ ਇੱਕੋ ਲਾਚਾਰ ਸ਼ਖਸ ਹੋਏਗਾ ਕਿ ਜਿਹੜਾ ਆਪਣੀ ਭੈਣ ਨੂੰ, ਆਪਣੀ ਮਾਂ ਨੂੰ, ਤੇ ਉਹ ਕੀ ਕਹੇਗਾ ਜੀ ਇਹ ਦੁਨੀਆ ਹੈ। ਖੁਦਾ ਦੇ ਬੰਦਿਓ, ਤੁਹਾਨੂੰ ਪਤਾ ਨਾ ਦੁਨੀਆ ਦੀ ਬੁਨਿਆਦ ਕੀ, ਇਸਲਾਮ ਦੀ ਬੁਨਿਆਦ ਕੀ ਹੈ, ਠੀਕ ਹੈ। औरत ਦਾ ਵਾਲ ਤੱਕ ਨਜ਼ਰ ਨਹੀਂ ਆਣਾ ਚਾਹੀਦਾ, बेशक, ठीक है। लोग आजकल कहने लग पे हमारी बहन के दिल साफ है, क्या हो गया, कपड़ों से क्या होता है। ਲੇਕਿਨ ਅੱਜ ਦੇ ਪਲੇਟਫਾਰਮ ਜਿਹੜੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ ਉੱਥੇ ਤੇ ਇਹ ਆਮ ਚੀਜ਼ਾਂ ਦਿਖਾਈਆਂ ਜਾ ਰਹੀਆਂ ਕਿ ਗੈਰ ਜਿਹੜੇ ਯਾਨੀ ਗੈਰ ਮੁਤਲਕਾ ਲੋਕ ਨੇ ਉਹਨਾਂ ਦੀਆਂ ਸਿਸਟਰਾਂ ਨੂੰ, ਆਪਣੀਆਂ ਨੂੰ ਉਹਨਾਂ ਦੇ ਨਾਲ ਜਿਹੜਾ ਨਾ ਡਾਂਸ ਕਰਵਾਉਣਾ ਜਾਂ ਫੈਮਿਲੀ ਸ਼ਾਦੀ ਦੇ ਇਵੈਂਟ ਦੇ ਉੱਤੇ ਇਸ ਤਰ੍ਹਾਂ ਹੁੰਦਾ ਕਿ ਜਿਸ ਤਰ੍ਹਾਂ ਬੜਾ ਓਪਨ ਜਿਹਾ ਯਾਨੀ ਯੂਰਪ ਮਾਹੌਲ ਬਣ ਰਿਹਾ। ਦੇਖੋ ਸਾਡੀਆਂ ਵੀ ਸ਼ਾਦੀਆਂ ਹੋਈਆਂ ਨੇ, ਸਾਡੀਆਂ ਸ਼ਾਦੀਆਂ ਦੇ ਵਿੱਚ ਇੰਦਾ ਕਲਚਰ ਕੋਈ ਨਹੀਂ ਸੀ। ਤੁਹਾਡੀਆਂ ਸ਼ਾਦੀਆਂ ਤੇ ਜਿਹੜਾ ਤੁਸੀਂ ਇਹ ਟ੍ਰੈਂਡ ਚਲਾ ਦਿੱਤਾ ਨਾ, ਦੇਖੋ ਨਾ ਸਾਡੀਆਂ ਸ਼ਾਦੀਆਂ ਦੇ ਉੱਤੇ ਇਹ ਹੀ ਟ੍ਰੈਂਡ ਹੈ। ਬਾਕੀ ਅਗਰ ਕੋਈ ਕਹੇ ਨਾ ਕਿ ਔਰਤਾਂ ਦਾ ਡਾਂਸ ਕਰਨਾ ਜਾਂ ਔਰਤਾਂ ਮਰਦਾਂ ਦੀ ਸਾਈਡ ਤੇ, ਸਾਡੇ ਵਿਆਹ ਦੇ ਉੱਤੇ ਕੋਈ ਔਰਤ ਸਾਡੀ ਕਿਸੇ ਮਰਦ ਨੇ ਨਹੀਂ ਵੇਖੀ, ਨਾ ਹੀ ਬੈਣ ਖਲੋਣ ਹੁੰਦਾ, ਉਹਨਾਂ ਦਾ ਹਾਲ ਹੀ ਅਲੱਗ ਹੁੰਦਾ, ਨਾ ਸਿਸਟਮ ਹੀ ਅਲੱਗ ਹੁੰਦਾ। ਔਰਤਾਂ ਆਪਸ ਵਿੱਚ ਜੋ ਮਰਜ਼ੀ ਕਰਨ, ਲੇਕਿਨ ਉਧਰ ਭਰਾ ਦਾ ਵੀ ਜਾਣਾ ਹਲੋ ਨਹੀਂ ਹੁੰਦਾ। ਸਾਡੀਆਂ ਸ਼ਾਦੀਆਂ 'ਚ ਭਰਾਵਾਂ ਦਾ ਵੀ ਜਾਣਾ ਹਲੋ ਨਹੀਂ ਹੁੰਦਾ। ਭਰਾ ਖੁਦ ਹੀ ਸ਼ਰਮ ਮਹਿਸੂਸ ਕਰਦੇ ਨੇ ਕਿ ਅਸੀਂ ਔਰਤਾਂ ਦੀ ਸਾਈਡ ਦੇ ਉੱਤੇ ਜਾਵਾਂਗੇ ਤੇ ਕਿੱਡੀ ਬੇਇੱਜ਼ਤੀ ਵਾਲੀ ਗੱਲ ਹੈ। ਇਹ ਸਿਰਫ ਔਰ ਸਿਰਫ ਬਾਸ਼ੋਰ ਪਿੰਡਾਂ ਵਾਲੇ ਲੋਕ ਨੇ ਜਿਹੜੇ ਇਸ ਚੀਜ਼ ਨੂੰ ਸਮਝਦੇ ਨੇ। ਸ਼ਹਿਰਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹ ਆਉਂਦੇ ਨੇ ਸਾਡੇ ਬੇਟੇ ਬੱਚੇ ਇੰडिपेंडेंट पढ़े लिखे ने, कोई बात नहीं, दोस्त के साथ बैठ गए हैं, मामा मैं अपनी फ्रेंड के साथ आ रही हूँ, मामा मैं अपनी ਇੱਥੇ ਇੰਨੀ ਕੁ ਗੱਲ ਨਿਕਲੇ ਨਾ ਕਿ ਸਾਡੇ ਦੋਸਤ ਨਾਲ ਰੋਟੀਆਂ ਖਾਣੀ ਤੇ ਲੱਤ ਜੁੱਤੀ ਜਾਂਦੀ ਤੇ 5-6 ਸਿਰ ਚ ਵੱਜਦੀ ਆ। ਬਿਲਕੁਲ ਇੰਜ ਹੀ ਇਹਦੇ ਵਿੱਚ ਲੋਕ ਆਂਦੇ ਨੇ ਜੀ ਆਪਣੀ ਔਲਾਦ पे ਜ਼ੁਲਮ ਨਹੀਂ ਹੈ, ਔਲਾਂਤੀਓ ਜ਼ੁਲਮ ਨਹੀਂ ਹੈ, ਆਪਣੇ ਬੱਚਿਆਂ ਦੀ ਹਿਫਾਜ਼ਤ। ਜਿਹੜਾ ਦੌਰ ਆ ਗਿਆ ਨਾ, ਇਸ ਦੌਰ ਦੇ ਵਿੱਚ ਲੋਕ ਪੜ੍ਹਦੇ ਲਿਖਦੇ ਘੱਟ ਨੇ ਪਰ ਆਪਣੇ ਬਗੈਰਤੀ ਨੂੰ ਅਰੂਜ ਦੇ ਉੱਤੇ ਜ਼ਿਆਦਾ ਲਿਆਉਂਦੇ। ਤੁਹਾਨੂੰ ਪਤਾ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਉਹਨੇ ਇਵੈਂਟ ਨਹੀਂ ਹੁੰਦੇ, ਉਨੀ ਸਟੱਡੀ ਨਹੀਂ ਹੁੰਦੀ ਜਿੰਨੇ ਇਵੈਂਟ ਹੁੰਦੇ ਨੇ। ਐਸ ਨੂੰ ਕਦੇ ਨੋਟ ਕੀਤਾ ਸਰ ਜੀ 365 ਦਿਨਾਂ ਦੇ ਵਿੱਚ 275 ਦਿਨ ਤੇ ਇਵੈਂਟਾਂ ਦੇ ਹੁੰਦੇ ਨੇ। ਉੱਥੇ ਬੱਚਾ ਜਿਹੜਾ ਕੁਆਲੀ ਨਾਈਟ ਫਲਾਣਾ ਸਿੰਗਰ ਦੇਖੋ ਪਹਿਲੇ ਹੁੰਦੇ ਸਨ ਜੀ, ਚਲੋ ਜੀ ਬੱਚਿਆਂ ਦਾ ਜਨਾਬ ਮੁਕਾਬਲਾ ਆਪਣਾ ਖੇਲ ਦਾ, ਕੋਈ ਫੁੱਟਬਾਲ, ਕੋਈ ਰਸਾ ਖਿੱਚਣਾ, ਕੋਈ ਰੇਸ, ਹੁਣ ਬੱਚਿਆਂ ਦਾ ਕੀ ਜੀ सबसे अच्छा डांस कौन सी लड़की करेगी? हाँ जी, वो लड़की करके तो घर जाके मामा आज मैंने बहुत अच्छा डांस किया था। ਤੇ ਇਸੇ ਵਜ੍ਹਾ ਤੋਂ ਸਾਡੀ ਅੱਜ ਤੱਕ ਕੋਈ ਬੱਚੀ ਕਾਲਜ ਯੂਨੀਵਰਸਿਟੀ ਤੱਕ ਨਹੀਂ ਗਈ। ਅਸੀਂ ਉਹਨਾਂ ਦੀ ਜ਼ਿੰਮੇਵਾਰੀ ਚੁੱਕੀ ਹੈ ਕਿ ਜਿੰਨੇ ਦਿਨ ਸਾਡੇ ਸਾਰੇ ਹਾਂ ਤੁਹਾਨੂੰ ਪਾਲਣਾ ਬੇਸ਼ੱਕ ਸਾਡਾ ਫਰਜ਼ ਹੈ, ਤੇ ਮਰਦ ਦਾ ਫਰਜ਼ ਹੀ ਹੈ ਆਪਣੀ ਔਰਤ ਦੀ ਹਿਫਾਜ਼ਤ ਕਰਨਾ। ਤੇ ਸਪੈਸ਼ਲੀ ਮੇਰਾ ਮੈਸੇਜ ਸਾਰੇ ਉਹਨਾਂ ਲੋਕਾਂ ਲਈ ਜਿਹੜੇ ਪੜ੍ਹ ਲਿਖੇ ਜਾਂਦੇ ਨੇ, ਪੜ੍ਹ ਲਿਖ ਕੇ ਤੁਸੀਂ ਕੋਈ ਖੁਦਾ ਦੇ ਰੂਲ ਨਹੀਂ ਬਦਲ ਸਕਦੇ। ਅੱਲਾ ਦੀ ਜ਼ਾਤ ਨੇ ਜੋ ਕੁਰਾਨ ਪਾਕ 'ਚ ਫਰਮਾਇਆ ਹੈ ਉਹਨੂੰ ਫੋਲੋ ਕਰੋ, ਠੀਕ ਹੈ। ਆਪਣੀ ਆਉਣ ਵਾਲੀ ਨਸਲ ਨੂੰ ਸੰਭਾਲੋ। ਕਿੱਡੇ ਕੁਝ ਲੋਕ ਐਸੇ ਮੁਤਮਿਨ ਬਗੈਰਤ ਹੁੰਦੇ ਨੇ ਕਿ ਉਹਨਾਂ ਨੂੰ ਭਰੀ ਮਹਿਫਲ ਦੇ ਵਿੱਚ ਕੋਈ ਕਹਿ ਦੇਣਾ ਅੱਜ ਆਪਕੀ ਬੇਟੀ ਬੜੀ ਪਿਆਰੀ ਲੱਗ ਰਹੀ, ਤੇ ਉਹ ਕਹੋਗੇ ਹਾਂਜੀ ਮਾਸ਼ਾਅੱਲਾ ਬਹੁਤ ਪਿਆਰੀ। ਤੇ ਅਗਰ ਪਿੰਡਾਂ ਵਾਲਿਆਂ ਨੂੰ ਕੋਈ ਕਹਿ ਦੇਣਾ ਕਿ ਭਾਜੀ ਅੱਜ ਤੁਹਾਡੀ ਕੁੜੀ ਨੂੰ ਹਾਲੀ ਵੇਖਿਆ, ਉਹ ਅਗਲਾ ਜਨਾਬ ਕੱਢਦਾ ਲਿੱਤਰ ਅਗਲੇ ਦੇ ਸਿਰ 'ਚ ਮਾਰਦਾ। ਤੇਰੀ ਮੈਂ ਫਰਕ ਹੁੰਦਾ, ਚੀਜ਼ਾਂ 'ਚ ਫਰਕ ਹੁੰਦਾ। ਸ਼ਹਿਰੀ ਮਾਹੌਲ ਔਰ ਸ਼ਹਿਰੀ ਕਲਚਰ ਤੋਂ ਹਟ ਕੇ ਪੜ੍ਹਿਆ ਲਿਖਿਆ ਜਿਹੜਾ ਕਲਚਰ ਹੈ ਨਾ, ਐਜੂਕੇਟਿਡ, ਬਹੁਤ ਸਾਰੇ ਲੋਕ ਐਜੂਕੇਟਿਡ ਹੋ ਗਏ ਨੇ ਜਨਾਬ, ਤੇ ਆਪਣੀ ਵਾਈਫਾਂ ਨਾਲ ਡਿਨਰ ਕਰਨ, ਫਲਾਣ ਕਰਨ, ਢੀਂਗ ਕਰਨ। ਮੈਂ ਨਾ ਕਿ ਪਿੰਡਾਂ ਵਾਲੇ ਲੱਖਾਂ ਪੜ੍ਹ ਬੰਦੇ ਬਿਹਤਰ ਨੇ ਇਹਨਾਂ ਲੋਕਾਂ ਪੜ੍ਹਿਆ ਲਿਖਿਆ ਨੂੰ ਜਿਹੜੇ ਆਪਣੀ ਇੱਜ਼ਤ ਨੂੰ ਕਮ ਸੇ ਕਮ ਜਾ ਕੇ ਤੇ ਇਸ ਤਰ੍ਹਾਂ ਰੋਲਦੇ ਨੇ, ਠੀਕ ਹੈ। ਅਨਪੜ੍ਹ ਲੋਕ ਪੜ੍ਹੇ ਲਿਖੇ ਨੂੰ ਬਿਹਤਰ ਨੇ। ਕੁਛ ਐਸੇ ਪੜ੍ਹੇ ਲਿਖੇ ਨੇ ਜਿਹੜੇ ਅਜੇ ਤੱਕ
ਇਸਲਾਮ ਨੂੰ ਫੋਲੋ ਕਰਦੇ ਨੇ, ਇਸ ਕਲਚਰ ਨੂੰ ਫੋਲੋ ਕਰਦੇ ਨੇ। ਲੇਕਿਨ ਕੁਝ ਐਸੇ ਪੜ੍ਹੇ ਲਿਖੇ ਇਸ ਤਰ੍ਹਾਂ ਦੇ ਹੋ ਗਏ ਨੇ ਕਿ ਜਨਾਬ ਪੈਂਟਾਂ ਸ਼ਰਟਾਂ ਬੁੱਢੀਆਂ ਨੂੰ ਪਵਾ ਕੇ ਤੇ ਬੱਚੀਆਂ ਨੂੰ ਜਨਾਬ ਇੰਜੀ, ਸਮਝ ਲਓ ਨਾ। ਹੁਣ ਗੱਲ ਬਹੁਤ ਲੰਬੀ ਏ, ਇਹ ਤਾਂ ਮੇਰੇ ਸਾਹਮਣੇ ਬੈਠਾ ਹੋਇਆ ਤਾਂ ਮੈਨੂੰ ਸਮਝਾਵਾ। ਤੁਹਾਡਾ ਇੰਟਰਵਿਊ ਜਿਹੜਾ ਨਾ 6 ਦਿਨਾਂ ਦਾ ਹੋ ਜਾਣਾ। तो ये थे जी रेहान मलिक साहब, तो इनका आपने जीरो से हीरो का सारा फ्यूचर अपनी आंखों से देखा, सुनना यानी कि आंखों से देखना हो जाता है। तो फिर किसी नए चेहरे के साथ, किसी नई स्टोरी के साथ आपके सामने पेश होंगे। तब तक के लिए अपने मेजबान आदिल मुनीर को इजाजत दीजिएगा। लेकिन लास्ट पे एक बात कहना चाहूंगा कि पब्लिक की आवाज विद आदिल मुनीर चैनल को सब्सक्राइब, लाइक, शेयर करना ना भूलें, क्योंकि और आपकी मोहब्बतों अपनी से राय जरूर दें कि हमारा इंटरव्यू आपको कैसा लगा और इसमें कौन सी बात आपको अच्छी लगी, कौन सी बुरी लगी, ये जरूर बताइएगा। जी। लेकिन ये जो बात मैंने की ना, पढ़े लिखे जी। और अनपढ़ में बड़ा फर्क होता है, यही फर्क होता है। वो रेहान भाई, ये जो आपको मैं एक चीज मसाल बताऊं, सी- ये मैंने एप्पल वॉच पहनी है। हम्म, अब ये हर बंदे ने जब देखनी है तो मुझे खुशी होनी है। जब ये उतरती है ना तब मैं औकात में होता हूँ, जब ये पहनी होती है मैं औकात से बाहर हो जाता हूँ। रेहान भाई, ये जिंदगी जो है ना, जिंदगी वो शो से चलती है। बिल्कुल ऐसे, ठीक जो है? दिखता है वो बिकता है। जो दिखता है वो बिकता है। अब ये गाड़ियां पीछे खड़ी है ना, एटीट्यूड बनता है भाई। हाँ। अगर ये नहीं ना होगी तो भाई ये टांग ऐसे नहीं होगा, ऐसे बैठे होंगे भाई। मैं बस सोचना कि कल का कोई खर्चा मर्चा ही बन जाए। मैं जरा छोड़ा छोड़ा होकर बह गया। नहीं गल सही है बिल्कुल भाजी। ऐसी देखो गल है। आ पीछे खलोतियां ना ते ए वेखो उन्हें लत्त तो लत्त थले रखी ना, नेरा पै गया तो ये औकात तो बाहर होया, एल भी ला के बैठे हैं। दसो ये पैसा बंदे दी औकात बदल दिंदा है, शोहरत बदल दिंदा, माहौल बदल दिंदा। बिल्कुल। पैसा नहीं रहेगा ये ਇੱਥੇ ਹੋਏਗੀ तो ਤੁਸੀਂ इंटरव्यू वाले सामने ही आज बैठे होवांगे हैं। ते ऐसे नहीं मानना कि पैसा कमाओ, ठीक है, पैसा बहुत जरूरी है। पैसा बंदा ना बोले तो पैसा बोलदा। बिल्कुल। हाँ जी, ए इंटरव्यू जेड़ा ना उस पर मैं थोड़ा भी बोलदा ਤੁਹਾਡਾ इंटरव्यू कंप्लीट हो जाना सी, क्योंकि इस टाइम मेरे को पावर है। बिल्कुल सही बात। ਤੇ ਮੈਂ ਬਾਅਦ ਐਸਾ ਬੰਦਾ ਵਾ ਜਿਹੜਾ ਪਾਵਰ ਰੱਖ ਕੇ ਵੀ ਕਦੀ ਨਖਰੇ ਚ ਨਹੀਂ ਆਇਆ। जी अल्हम्दुलिल्लाह। ਹਰ ਬੰਦੇ ਨੂੰ ਫੀ ਸਬੀਲਿल्लाह ਵੈਲਕਮ ਕੀਤਾ। ਤੇ ਇਹ ਤੁਸੀਂ ਮੇਰੀ ਮੇਨ ਇਹ ਜਿਹੜੀਆਂ ਗੱਲਾਂ ਨਾ ਇਹ ਜ਼ਰੂਰ ਵਿੱਚ ਲਾਇਓ ਸਰ ਤਾਂ ਕਿ ਲੋਕਾਂ ਨੂੰ ਟੋਟਲ ਪਤਾ ਵੀਡੀਓ ਚ ਕੋਈ ਕੱਟ ਨਹੀਂ ਹੋਣਾ। ਹਾਂਜੀ ਤੇ ਬਸ ਮੈਂ ਇੱਕ ਤੁਸੀਂ ਕਲਚਰ ਦੀ ਗੱਲ ਕਰ ਰਹੇ ਸੋ, ਜਿਸ ਤਰ੍ਹਾਂ ਇੱਕ ਬੰਦਾ ਸੀ ਉਹ ਕਿਤੇ ਆਊਟ ਆਫ ਕੰਟਰੀ ਚਲਾ ਗਿਆ ਤੇ ਉੱਥੇ ਉਹਨੇ ਪੁੱਛਿਆ ਯਾਰ ਕੀ ਪਕਾਇਆ ਹੋਟਲ ਵਿੱਚ, ਹਾਂਜੀ। ਉਹਨੇ ਕਿਹਾ ਜੀ ਸ਼ਲਜਮ ਪਕਾਏ ਨੇ। ਉਹ ਇੱਕ ਮਿਸਾਲ ਹੈ, ਸ਼ਾਇਦ ਤੁਹਾਨੂੰ ਨਾ ਮੈਂ ਨਹੀਂ ਸੁਣੀ ਮਿਸਾਲ ਉਹ ਨਾਲ ਨਹੀਂ ਸੁਣੀ। ਕਲਚਰ ਦੇ ਇਹ ਨਹੀਂ ਅੱਜ ਅੱਛਾ। ਕੱਲ ਦੇ ਲੋਕ ਕਹਿੰਦੇ ਨੇ ਪੜ੍ਹੇ ਲਿਖੇ ਚ ਤੇ ਅਨਪੜ੍ਹ ਚ ਇਹ ਫਰਕ ਹੁੰਦਾ। ਉਹਨੇ ਕਿਹਾ ਜੀ ਕੀ ਪਕਾਇਆ, ਉਹਨੇ ਕਿਹਾ ਭਾਈ ਜੀ ਸ਼ਲਜਮ ਪਕਾਏ ਨੇ। ਉਹਨੇ ਕਿਹਾ ਹੋਰ, ਉਹਨੇ ਕਿਹਾ ਜੀ ਗੋਸ਼ਤ ਪਕਾਇਆ, ਕੀਮਾ ਪਕਾਇਆ, ਫਲਾਨ ਸਬਜ਼ੀ ਪਕਾਈ, ਆਲੂ ਪਕਾਏ ਨੇ ਤੇ ਮੱਛੀ ਪਕਾਈ। ਉਹਨੇ ਕਿਹਾ ਯਾਰ ਇਹ ਤੇ ਸਾਰੀਆਂ ਚੀਜ਼ਾਂ ਖਾਧੀਆਂ ਨੇ ਭਾਈ, ਅੱਜ ਇੰਜ ਕਰ ਤੂੰ ਸ਼ਲਜਮ ਲੈ ਕੇ ਆਓ, ਕੀ ਬਲਾ ਹੈ। ਉਹ ਲੈ ਕੇ ਆਇਆ ਸ਼ਲਜਮ, ਉਹਨੇ ਪਲੇਟ ਅੱਗੇ ਰੱਖੀ। ਉਹਨੇ ਕਿਹਾ ਤੈਨੂੰ ਮੈਂ ਕਿਹਾ ਸ਼ਲਜਮ ਲਿਆ। ਉਹਨੇ ਕਿਹਾ ਸਰ ਜੀ ਸ਼ਲਜਮ ਹੈ। ਉਹਨੇ ਕਿਹਾ ਮੌਤ ਪੈਣੇ ਆ ਤੇ ਗੋਂਗਲੂ ਨੇ ਅਸੀਂ ਪਿੰਡਾਂ ਚ ਜਾਨਵਰਾਂ ਨੂੰ ਪਾਣੇ ਆ, ਤੂੰ ਸਾਨੂੰ ਤੇ ਨਾ ਬਦਲ ਬਦਲ ਖਵਾਈ ਜਾਂਦੇ। ਅੱਛਾ ਇੱਕ ਚੀਜ਼ ਹੋਰ ਹੈ ਕਿ ਮੈਂ ਗੱਲ ਕਰ ਰਿਹਾ ਨਾ ਪੜ੍ਹੇ ਲਿਖੇ ਦੀ ਤੇ ਅਨਪੜ੍ਹ ਦੀ। ਦੇਖੋ ਜਿਹੜੇ ਨਿੰਨਾ ਅਨਪੜ੍ਹ ਲੋਕ ਪਿੰਡਾਂ ਵਾਲੇ ਉਹ ਸਭ ਤੋਂ ਜ਼ਿਆਦਾ ਪਿਆਰ ਆਪਣੇ ਵਾਲਿदैन ਨਾਲ ਕਰਦੇ ਨੇ, ਠੀਕ ਹੈ। ਉਹਨਾਂ ਦੇ ਵਾਲਿਦ ਉਹਨਾਂ ਦੀ ਵਾਲਦਾ ਦਾਬਾ ਮਾਰਦੇ ਨੇ ਨਾ ਤੇ ਬੱਚੇ ਦੀ ਔਕਾਤ ਨਹੀਂ ਹੁੰਦੀ ਕਿ ਉਹਨਾਂ ਦੇ ਅੱਗੇ ਸਿਰ ਝੁਕ ਜੇ। ਬਿਲਕੁਲ ਕਿਉਂਕਿ ਉਹਨੂੰ ਪਤਾ ਸਿਰ ਝੁਕਿਆ ਤੇ ਮੁੱਕਾ ਮੂੰਹ ਤੇ ਆਈ ਜਾਣਾ। ਹਾਂਜੀ ਗੱਲ। ਹਾਂਜੀ ਗੱਲ ਨਾ। ਅੱਛਾ ਹੁਣ ਸਭ ਤੋਂ ਵਿਗੜੇ ਹੋਏ ਬੱਚੇ ਪੜ੍ਹੇ ਲਿਖੇ ਲੋਕਾਂ ਦੇ ਹੁੰਦੇ ਨੇ, ਠੀਕ ਹੈ। ਨਾ ਤੇ ਉਹਨਾਂ ਕਦੀ ਆਪਣੇ ਬੱਚੇ ਨੂੰ ਡਾਂਟਣਾ ਹੁੰਦਾ, ਨਾ ਉਹਨਾਂ ਆਪਣੇ ਬੱਚੇ ਨੂੰ ਜ਼ਿੰਦਗੀ ਦੇ ਰੂਲ ਸਿਖਾਣੇ ਨੇ, ਨਾ ਉਹਨਾਂ ਦੱਸਣਾ। ਉਹਨਾਂ ਸਿਰਫ ਇੰਨਾ ਹੀ ਕਹਿਣਾ कि बेटा स्टूपिड लोगों से दूर रहना है, धूल घट्टे से दूर रहना। लेकिन बाहर पिंड वाले ऐसे लोग ने कि जनाब जिन्हों ने कहना कि पुत्र चिकड़ आए चिकड़ भी लंघ जाना, ਕੰਨਾਂ ਪਾੜ ਦੇਣੀਆਂ ਨੇ। ਬਸ ਪਹੁੰਚੇ ਚੁੱਕ ਲੋ ਤੇ ਦੌੜ ਲਾ ਕੇ ਲੰਘ ਜਾ। ਉਹ ਭਾਜੀ ਉਹ ਵੇਖਿਆ ਨਾ ਜਦੋਂ ਕਿ ਬਾਬੇ ਦਾ ਪਿੰਡ ਚੁੱਕੇ ਦਾ ਲਾਮਾ ਆਈ ਜਾਂਦਾ ਤਾਂ ਲਾਮੇ ਦੀ ਜਾਂਚ ਪੜਤਾਲ ਬਾਅਦ ਚ ਕਰਦੇ ਨੇ, ਪਹਿਲੇ ਜੁੱਤੀ ਲਾ ਕੇ ਆਪਣੇ ਜਾਣੇ ਦੇ ਸਿਰ 5 ਸਾਲ ਸੁੱਟਦੇ ਨੇ। ਤੇ ਇਸ ਲਈ ਜਿਹੜਾ ਨਾ ਪਿੰਡਾਂ ਵਾਲਿਆਂ ਦਾ ਜਿਹੜਾ ਮਿਆਰ ਹੈ ਨਾ ਉਹ ਉਹਨਾਂ ਲੋਕਾਂ ਨਾਲ ਬਹੁਤ ਉੱਤੇ ਢੇਰ ਉੱਤੇ ਵੇ। ਤੇ ਬਾਕੀ ਪਿੰਡਾਂ ਵਾਲਿਆਂ ਨੂੰ ਜਿਹੜਾ ਨਾ ਕਿਸੇ ਚੀਜ਼ ਨਾਲ ਕੰਪੇਅਰ ਨਾ ਕਰਿਆ ਕਰੋ, ਇਹ ਉਂਝ ਹੀ ਬਾਦਸ਼ਾਹ ਲੋਕ। तो जी आज के प्रोग्राम के लिए बस इतना ही। फिर किसी नए प्रोग्राम के साथ, किसी नई कहानी के साथ नई कहानी के साथ इंशाल्लाह कोशिश है। रेहान मलिक साहब का नेक्स्ट आपने आना ना हमारे साथ तो आपने हमारा जो है ना पिंड जो है ना विजिट करना है, ठीक है। जीरो लाइन पे दिखाएंगे जी आपको, जो बॉर्डर के बिल्कुल करीब है वहाँ पे आप इनके हम आपको इनके फार्म हाउस भी दिखाएंगे और इनकी क्या वहाँ पे माहौल है वो भी इंशाल्लाह आपको दिखाएंगे। तब तक के लिए अल्लाह हाफिज।